मंजिलां ही मंजिलां जो सर करके आए ने, पता नहीं ओ किन्नी वारी मर के आए ने, पता नहीं ओ किन्नी वारी मर के आए ने। मंजिलां ही मंजिलां जो सर करके आए ने। अगे लिखिया जी, पैरां दे विच छाले भरदे पए गवाही ने, बिखड़े पिंडियां विच भी लम्मे पंध दे राही ने, लम्मे पंध दे राही ने। खौर किन्ने अपणियां दा विछोड़ा जर के आए ने। मंजिलां ही मंजिलां जो सर करके आए ने। लफ्ज़ जिंदगी देख रहे सारे दर्शकों का मैं दमनप्रीत कौर स्वागत करदी हाँ। दर्शकों कहते कि कला हर एक इंसान दे विच हुंदी है, कईयां दी ये उजागर हो जाती है तो अपनी एक वक्री पहचान बनाते हैं, तो कईयां दे अंदर ये जिहड़ी है वो छुपी रहिंदी है। अज असीं जिस कलाकार नूं तुहाडे रूबरू करन जा रहे हैं वो नाटककार भी ने, वो गायक भी ने, ते वो लेखक भी ने, ते इस तो इलावा वो अदाकार भी ने। आओ उन्हां दे नाल करदे हां गलबात। सर तुहाडा बहुत बहुत स्वागत है जी। करिए दोवां खुशियां खेड़े, आवण बन बन डारां, वसदा रहे पंजाब हरविंदरा, खिड़ियां रहण बहारां, खिड़ियां रहण बहारां। लव यू जिंदगी चैनल देख रहे सारे ही ਸਰੋਤਿਆਂ ਨੂੰ मेरे ਵੱਲੋਂ हरिंदर हर ਦੇ ਵੱਲੋਂ बहुत ही प्यार भरी सत श्री अकाल। बहुत बहुत धन्यवाद जी, ਤੁਸੀਂ ਅੱਜ ਸਾਡੇ ਵਿਹੜੇ ਆਏ ਹੋ ਤੇ ਬੜੀ अच्छा लगता है ਜਦੋਂ ਆਪਾਂ ਬਹਿ ਕੇ ਆਪਣੀ ਗੱਲਾਂ ਕਰਦੇ ਹਾਂ, ਆਪਣੇ ਜਿਹੜੇ ਵੀ ਸਾਡੇ ਰੁਝਾਨ ਨੇ ਦਿਨ ਪਰ ਦਿਨ ਵਾਪਰ ਰਹੇ ਨੇ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ। ਆਓ ਇਹ ਗੱਲਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। सर सब तो पहला ही पूछना चाहांगी कि तुहाडी आवाज़ जिहड़ी है बाकमाल हैगी है, तुहानूं गाउण दी चटक कदों लगी सीगी? गाउण दी चेटक जे गल करां, बचपन दे विच मेरे घर दे बिल्कुल नेड़े गुरुद्वारा साहब हैगा, उत्थे कीर्तन हुंदा सी। किते ना किते उत्थे कीर्तन दे द्वारा ही जिहड़ी गाउण दे वल जिहड़ा खिचाव हैगा ਉਹ ਉੱਥੋਂ ही शुरू होया हैगा। ਜਿਹੜੀ ਲਿਖਣ ਦੀ ਸ਼ੁਰੂਆਤ ਹੈ ਉਹ ਸ਼ੁਰੂਆਤੀ ਜਿਹੜੀ ਲਾਈਨਾਂ ਸੀਗੀਆਂ, ਕਿਤੇ ਮੈਂ ਬੈਠਾ ਸੀਗਾ ਇੱਕ ਪਿੱਪਲ ਦੇ ਥੱਲੇ, ਉਹਦੇ ਨਾਲ ਕੁਛ ਲਾਈਨਾਂ ਲਿਖੀਆਂ ਸੀ। ਉਹ ਲਾਈਨਾਂ ਵੀ ਗਾ ਕੇ ਹੀ ਜ਼ਰੂਰ ਸੁਣਾਵਾਂਗਾ ਕਿ ਉਹ ਪਿੱਪਲ ਦੀ ਟਾਹਣੀ ਯਾਦ ਹੈ ਆਉਂਦੀ, ਜਿੱਥੇ ਆਲਣ ਵਿੱਚ ਮਾਂ ਚੋਗ ਚੁਗਾਉਂਦੀ, ਇੱਕ ਕਾਲੀ ਬੋਲੀ ਰਾਤ ਹਨੇਰੀ, ਗਰਜੇ ਬੱਦਲ ਮੀਂਹ ਤੇ ਨੇਰੀ, ਟੁੱਟਿਆ ਆਲਣ ਵਿਛੜੀ ਮਾਂ ਵੀ, ਕਦ ਮਿਲਣੇ ਵੀਰ ਉਹ ਹਾਣੀ, ਤਰਸੀਆਂ ਅੱਖੀਆਂ ਕੋਈ ਦਿਸ ਜੇ ਆਪਣਾ, ਚੌਪਾਸੇ ਪਾਣੀ ਪਾਣੀ। ਅੱਜ ਮੁਲਕ ਬੇਗਾਨਾ देश बेगाना, कितों प्यार दी निगना आउंदी, हो पिपल दी टाहणी याद है आउंदी, जिथे आलण विच मां चोग चुगाउंदी। जी बहुत खूब बहुत खूब। सर ਜਦੋਂ ਤੁਸੀਂ ਇਸ ਨੂੰ ਲਿਖਿਆ ਸੀ ਤਾਂ ਉਸ ਤੋਂ ਬਾਅਦ ਪਹਿਲੀ ਵਾਰੀ ਇਸ ਨੂੰ ਸੁਣਾਇਆ ਕਿਹਨੂੰ ਸੀਗਾ ਤੇ ਕਿਹੋ ਜਿਹਾ ਹੁੰਗਾਰਾ ਤੁਹਾਨੂੰ ਮਿਲਿਆ ਸੀਗਾ? ਜਦੋਂ ਮੈਂ ਇਹ ਲਿਖਿਆ ਸੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਨੂੰ ਸੁਣਾਇਆ ਸੀ ਜੀ। ਅੱਜ ਮੇਰੀ ਮਾਂ ਇਸ ਦੁਨੀਆ 'ਚ ਨਹੀਂ, ਪਰ ਜਦੋਂ ਉਹਨੂੰ ਸੁਣਾਇਆ ਸੀ ਤੇ ਉਹਦੀ ਅੱਖਾਂ ਜਿਹੜੀਆਂ ਹੈਗੀਆਂ ਬਿਲਕੁਲ ਭਰ ਗਈਆਂ ਸੀ ਹੰਝੂਆਂ ਦੇ ਨਾਲ। ਤੇ ਉਸ ਤੋਂ ਬਾਅਦ ਚੱਲ ਸੋ ਚੱਲ ਜਿਹੜਾ ਪਿਆਰ ਹੈ ਉਹ ਮਿਲਦਾ ਰਿਹਾ। ਉਸ ਤੋਂ ਬਾਅਦ ਮੈਂ ਸਕੂਲ ਦੇ ਵਿੱਚ 10ਵੀਂ ਕਲਾਸ ਦੇ ਵਿੱਚ ਜਦੋਂ ਹੋਇਆ, ਤੇ ਜਦੋਂ ਵਿਦਾਇਗੀ ਪਾਰਟੀ ਹੁੰਦੀ ਹੈ ਸਕੂਲਾਂ ਦੇ ਵਿੱਚ, ਅਕਸਰ ਵਿਦਾਇਗੀ ਪਾਰਟੀ ਜਿਹੜੀ ਹੈ ਉਹ ਰੱਖੀ ਜਾਂਦੀ ਹੈ, ਤੇ ਉਸ ਵਿਦਾਇਗੀ ਪਾਰਟੀ ਦੇ ਵਿੱਚ ਪਹਿਲੀ ਵਾਰੀ ਮੈਂ ਸਟੇਜ 'ਤੇ ਖੜ੍ਹ ਕੇ
ਉਦੋਂ ਗਾਇਆ ਸੀਗਾ ਜੀ। ਜੀ ਜਦੋਂ ਮੈਂ ਪਹਿਲੀ ਵਾਰੀ ਸਟੇਜ ਤੇ ਚੜ੍ਹਿਆ ਤਾਂ ਉਸ ਤੋਂ ਪਹਿਲਾਂ ਠੀਕ ਹੈ ਡਰ ਸੀਗਾ ਕਿਤੇ ਨਾ ਕਿਤੇ, ਪਹਿਲੀ ਵਾਰ ਤਾਂ ਲੱਤਾਂ ਵੀ ਕੰਬਦੀਆਂ ਸੀਗੀਆਂ ਹੈ ਨਾ, ਪਰ ਫਿਰ ਦੋਸਤ ਮਿੱਤਰਾਂ ਦੇ ਜਿਹੜੇ ਟੀਚਰ ਸੀਗੇ, ਸਾਡੇ ਮੈਡਮ ਸੀਗੇ, ਉਹਨਾਂ ਦਾ ਵੱਡਾ ਹੌਸਲਾ ਸੀਗਾ, ਉਹਨਾਂ ਦੇ ਵੱਡੇ ਹੌਸਲੇ ਦੇ ਨਾਲ ਅਸੀਂ ਫਿਰ ਉਡਾਰੀ ਜਿਹੜੀ ਹੈਗੀ ਆ ਸਾਡੀ ਉਡਾਰੀ ਹੋਰ ਉੱਚੀ ਹੁੰਦੀ ਗਈ। ਜੀ ਸਰ, ਜਦੋਂ ਤੁਸੀਂ ਕਾਲਜ ਦੇ ਵਿੱਚ ਗਏ ਤਾਂ ਤੁਸੀਂ ਬਤੌਰ ਪ੍ਰੋਫੈਸ਼ਨਲ ਜਿਹੜਾ ਹੈਗਾ ਇਸ ਚੀਜ਼ ਨੂੰ ਅਪਣਾਇਆ ਜਾਂ ਫਿਰ ਸ਼ੌਂਕੀਆ ਤੌਰ ਤੇ ਹੀ ਤੁਸੀਂ ਇਸ ਨੂੰ ਗਾਉਂਦੇ ਰਹੇ? ਨਹੀਂ, ਜਦੋਂ ਮੈਂ ਕਾਲਜ ਦੇ ਵਿੱਚ ਗਿਆ, ਮੈਂ ਸੈਂਟਰ ਪੋਲੀਟੈਕਨਿਕ ਚੰਡੀਗੜ੍ਹ 26 ਸੈਕਟਰ ਤੋਂ ਮਕੈਨੀਕਲ ਦੇ ਵਿੱਚ ਮੈਂ ਇੰਜੀਨੀਅਰ ਹੈਗਾ ਜੀ। ਤੇ ਜਦੋਂ ਕਾਲਜ ਦਾ ਫਸਟ ਈਅਰ ਦੇ ਵਿੱਚ ਐਨੂਅਲ ਫੰਕਸ਼ਨ ਸੀਗਾ, ਉਸ ਤੋਂ ਬਾਅਦ ਮੈਂ ਉੱਥੇ ਇੱਕ ਰਚਨਾ ਗਾਈ ਸੀ ਜਿੰਦੂਆ। ਜੀ ਜਿੰਦੂਏ ਦੀ ਗੱਲ ਹੋਈ ਹੈ ਤਾਂ ਦੋ ਲਾਈਨਾਂ ਜਿੰਦੂਆ ਦੀ ਗਾ ਕੇ ਮੈਂ ਫਿਰ ਉਸ ਤੋਂ ਬਾਅਦ ਗੱਲ ਅੱਗੇ ਤੋਰਾਂਗਾ ਕਿ ਜਿੰਦ ਮਾਹੀ ਬਾਜ ਤੇਰੇ, ਉਹ ਜਿੰਦ ਮਾਹੀ ਬਾਜ ਤੇਰੇ ਕੁਮਲਾਈਆਂ ਵੇ ਤੇਰੀਆਂ ਲਾਡਲੀਆਂ, ਵੇ ਤੇਰੀਆਂ ਲਾਡਲੀਆਂ ਭਰਜਾਈਆਂ ਵੇ ਬਾਗੀ ਫਿਰਨ ਕਦੇ, ਉਹ ਬਾਗੀ ਫਿਰਨ ਕਦੇ ਨਾ ਆਈਆਂ ਵੇ ਇੱਕ ਪਲ ਬਹਿ ਜਾਣਾ, ਹੋ ਇੱਕ ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਨੇ ਲੱਗਦੇ ਬੋਲ। ਜਦੋਂ ਮੈਂ ਇਹ ਗੀਤ ਗਾਇਆ ਤਾਂ ਉਸ ਤੋਂ ਬਾਅਦ ਜਿਹੜਾ ਪੂਰਾ ਆਡੀਟੋਰੀਅਮ ਸੀਗਾ ਪੂਰਾ ਤਾੜੀਆਂ ਦੀ ਗੂੰਜ ਨਾਲ ਗੂੰਜ ਗਿਆ। ਤੇ ਉਸ ਤੋਂ ਬਾਅਦ ਵੱਖ-ਵੱਖ ਕੈਟਾਗਰੀ ਦੇ ਮੇਰੇ 8 ਟਰੋਫੀਆਂ ਸੀਗੀਆਂ ਫਸਟ ਈਅਰ ਦੇ ਵਿੱਚ। ਉਸ ਤੋਂ ਬਾਅਦ ਚੱਲਦਾ ਰਿਹਾ ਜੀ। ਜੀ ਸਰ, ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜਿਵੇਂ ਤੁਸੀਂ ਹੁਣੇ ਦੱਸਿਆ ਹੈਗਾ ਆ ਕਿ ਤੁਸੀਂ ਪਹਿਲਾਂ ਗਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਲਿਖਣਾ ਸ਼ੁਰੂ ਕੀਤਾ ਸੀਗਾ। ਲਿਖਣ ਦੀ ਚੇਟਕ ਜਿਹੜੀ ਹੈਗੀ ਆ ਉਹ ਤੁਹਾਨੂੰ ਕਿੱਥੋਂ ਲੱਗੀ ਸੀਗੀ? ਕਿਹਨੇ ਪ੍ਰੇਰਨਾ ਮਿਲੀ ਕਿ ਤੁਹਾਨੂੰ ਲਿਖਣਾ ਚਾਹੀਦਾ ਆ? ਲਿਖਣਾ ਚਾਹੀਦਾ ਉਸ ਟਾਈਮ ਦੇ ਵਿੱਚ ਨਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਕਾਲਮ ਛਪਦਾ ਸੀਗਾ ਜੀ। ਕਾਲਮ ਛਪਦਾ ਸੀਗਾ ਤੇ ਕਾਲਮ ਦੇ ਵਿੱਚ ਕਿਸੇ ਵੱਲੋਂ ਵੀ ਉੱਥੇ ਕੁਝ 2 ਲਾਈਨਾਂ ਲਿਖ ਕੇ ਭੇਜਣੀਆਂ ਹੁੰਦੀਆਂ ਸੀਗੀਆਂ। ਮੇਰੀ ਸ਼ੁਰੂਆਤ ਉੱਥੋਂ ਹੀ ਸੀਗੀ। ਬਸ ਇੱਕ ਕਾਲਮ ਮਿਲਿਆ ਸੀਗਾ, ਉਹਦੇ ਲਈ ਮੈਂ ਪਹਿਲੀ ਵਾਰੀ ਉਹਦੇ ਲਈ ਕੁਝ ਲਿਖ ਕੇ ਭੇਜਿਆ। ਜਦੋਂ ਇਹ ਲੱਗਿਆ ਕਿ ਜਦੋਂ ਉਹ ਛਪਿਆ ਤੇ ਉਸ ਤੋਂ ਬਾਅਦ ਸ਼ਾਬਾਸ਼ੀ ਮਿਲਣੀ ਜਾਇਜ਼ ਸੀਗੀ ਚਾਰੇ ਪਾਸਿਓਂ, ਤੇ ਉਹ ਜਿਹੜੀ ਸ਼ਾਬਾਸ਼ੀ ਸੀਗੀ ਉਹ ਹੋਰ ਵੱਡਾ ਕਰਨ ਦੀ ਜਿਹੜੀ ਤਾਂਘ ਸੀਗੀ ਉਹਨੂੰ ਹੋਰ ਉਜਾਗਰ ਕਰ ਗਈ। ਜੀ ਸਰ, ਨਾਟਕਾਂ ਦੇ ਵਿੱਚ ਬਤੌਰ ਅਦਾਕਾਰ ਤੁਹਾਡੀ ਪਹਿਚਾਣ ਕਦੋਂ ਬਣਨੀ ਸ਼ੁਰੂ ਹੋਈ ਸੀਗੀ? ਨਾਟਕਾਂ ਦੇ ਵਿੱਚ ਮੈਂ ਸਰਗੀ ਕਲਾ ਕੇਂਦਰ ਦੇ ਨਾਲ ਕਈ ਨਾਟਕ ਜਿਹੜੇ ਹੈਗੇ ਨੇ ਖੇਡੇ ਨੇ। ਪਹਿਲਾ ਨਾਟਕ ਖੇਡਿਆ ਸੀ ਦੇਸੀ, ਉਸ ਤੋਂ ਬਾਅਦ ਬੁੱਤ ਜਾਗ ਪਿਆ, ਉਸ ਤੋਂ ਬਾਅਦ ਖੁਸਰੇ, ਤੇ ਪਿੱਛੇ ਜੇ ਡੇਰਾ ਬਾਬਾ ਨਾਨਕ ਵੀ ਜਾ ਕੇ ਉੱਥੇ ਇੱਕ ਨਾਟਕ ਜਿਹੜਾ ਹੈਗਾ ਜਿਨ ਸੱਚ ਪੱਲੇ ਹੋਏ ਉਹ ਕਰਕੇ ਆਏ ਆ। ਤੇ ਬੜਾ ਵੱਡਾ ਹੁੰਗਾਰਾ ਮਿਲਦਾ ਜਦੋਂ ਅਸੀਂ ਐਜ਼ ਏ ਐਕਟਰ ਉਹ ਸਰੋਤਿਆਂ ਦੇ ਵਿੱਚ ਵਿਚਰਦੇ ਹਾਂ ਜੀ। ਜੀ ਸਰ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਤੁਸੀਂ ਬਹੁਤ ਸਾਰੇ ਨਾਟਕ ਖੇਡੇ ਆ, ਜਦੋਂ ਪਹਿਲੇ ਸਮੇਂ ਦੀ ਗੱਲ ਕਰੀਏ ਉਦੋਂ ਜਿਹੜੇ ਹੈਗੇ ਮਨੋਰੰਜਨ ਦੇ ਸਾਧਨ ਘੱਟ ਹੁੰਦੇ ਸੀ ਤੇ ਲੋਕ ਨਾਟਕਾਂ ਵੱਲ ਜਿਹੜਾ ਉਤਸ਼ਾਹਿਤ ਹੋ ਜਾਂਦੇ ਸੀ। ਅਜੋਕੇ ਸਮੇਂ ਦੇ ਵਿੱਚ ਤਕਨੀਕ ਆ ਗਈ, ਅੱਜ ਤਾਂ ਮੋਬਾਈਲ ਦੇ ਵਿੱਚ ਅਸੀਂ ਕੋਈ ਵੀ ਚੀਜ਼ ਨੂੰ ਦੇਖ ਸਕਦੇ ਹੈਗੇ ਆ। ਜਦੋਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਇਹ ਨਾਟਕ ਖੇਡਣ ਜਾਂਦੇ ਹੈਗੇ ਹੋ, ਖਾਸ ਕਰਕੇ ਨੌਜਵਾਨ ਪੀੜ੍ਹੀ ਦਾ ਰੁਝਾਨ ਕਿਹੋ ਜਿਹਾ ਹੁੰਦਾ ਆ? ਦੇਖੋ, ਪਹਿਲਾਂ ਕੀ ਹੁੰਦਾ ਹੈਗਾ, ਪਹਿਲਾਂ ਜਦੋਂ ਕੋਈ ਨਾਟਕ ਅਸੀਂ ਸ਼ੁਰੂ ਕਰਦੇ ਹਾਂ ਨਾ, ਪਹਿਲਾਂ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹ ਆਉਣੇ ਸ਼ੁਰੂ ਹੁੰਦੇ ਨੇ, ਹੈ ਨਾ। ਪਰ ਜਿਵੇਂ ਦਾ ਨਾਟਕ ਹੈਗਾ, ਜਿਵੇਂ ਦੇ ਨਾਟਕ ਦੇ ਡਾਇਲੌਗ ਹੈਗੇ ਨੇ, ਸਿਚੁਏਸ਼ਨ ਹੈਗੀਆਂ ਨੇ, ਉਹਦੇ ਅਕੋਰਡਿੰਗ ਜਦੋਂ ਸਾਡੀ ਆਵਾਜ਼ ਅਸੀਂ ਜ਼ਿਆਦਾਤਰ ਕੀ ਕਰਦੇ ਹੈਗੇ ਆ, ਜਿੱਥੇ ਇੱਕ ਪਾਸੇ ਸੇ ਟੈਗੋਰ ਥੀਏਟਰ ਦੇ ਵਿੱਚ ਵੀ ਨਾਟਕ ਖੇਡੇ, ਉਸ ਦੇ ਨਾਲ ਅਸੀਂ ਨੁੱਕੜ ਨਾਟਕ ਵੀ ਖੇਡੇ ਨੇ ਪੇਂਡੂ ਇਲਾਕੇ ਦੇ ਵਿੱਚ ਜਾ ਕੇ। ਉਹਨਾਂ ਦੀ ਬਹੁਤ सी ਜਿਹੜੀ ਮੁਸ਼ਕਲਾਂ ਹੈਗੀਆਂ ਉਹਨਾਂ ਨੂੰ ਹੱਲ ਕਰਨ ਦੇ ਲਈ, ਉਹਨਾਂ ਨੂੰ ਉਜਾਗਰ ਕਰਨ ਦੇ ਲਈ ਅਸੀਂ ਨਾਟਕ ਖੇਡਦੇ ਹਾਂ। ਤੇ ਉਹ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਤਾਂ ਸਾਡੀ ਗੱਲ ਕਰ ਰਹੇ ਨੇ, ਫਿਰ ਉਹ ਮੱਲੋ ਮੱਲੀ ਸਾਡੇ ਵੱਲ ਖਿੱਚੇ ਜਾਂਦੇ ਨੇ। ਸਾਡੇ ਜਿਹੜੇ ਦਰਸ਼ਕਾਂ ਦਾ ਦਾਇਰਾ ਉਹ ਬਹੁਤ ਵੱਡਾ ਹੋ ਜਾਂਦਾ। ਜੀ ਸਰ, ਇੱਥੇ ਤੁਸੀਂ ਗੱਲ ਕੀਤੀ ਹੈ ਨਾਟਕ ਦੀ, ਤੇ ਅਸੀਂ ਤੁਹਾਡੇ ਕੋਲੋਂ ਕੋਈ ਨਾ ਕੋਈ ਡਾਇਲੌਗ ਸੁਣਨਾ ਚਾਹਾਂਗੇ ਜੋ ਅੱਜ ਵੀ ਤੁਹਾਡਾ ਮਨਪਸੰਦ ਡਾਇਲੌਗ ਹੈ। ਡਾਇਲੌਗ ਦੇ ਨਾਲੋਂ ਮੈਂ ਇੱਕ ਨਾਟਕ ਦੇ ਵਿੱਚ ਕੁਝ ਲਾਈਨਾਂ ਸੀਗੀਆਂ ਉਹ ਜ਼ਰੂਰ ਸੁਣਾਵਾਂਗਾ ਕਿ ਮੰਜ਼ਿਲਾਂ ਹੀ ਮੰਜ਼ਿਲਾਂ ਜੋ ਸਰ ਕਰਕੇ ਆਏ ਨੇ। ਅਕਸਰ ਆਪਾਂ ਇਹ ਦੇਖਦੇ ਹਾਂ ਕੋਈ ਇਨਸਾਨ ਕਿੱਥੇ ਤਰੱਕੀ ਕਰਕੇ ਪਹੁੰਚ ਜਾਂਦਾ, ਪਰ ਉਹ ਕਿਹੜੇ ਜਗ੍ਹਾ ਤੋਂ ਨਿਕਲ ਕੇ ਆਇਆ ਕਿ ਮੰਜ਼ਿਲਾਂ ਹੀ ਮੰਜ਼ਿਲਾਂ ਜੋ ਸਰ ਕਰਕੇ ਆਏ ਨੇ। ਪਤਾ ਨਹੀਂ ਉਹ ਕਿੰਨੀ ਵਾਰੀ ਮਰ ਕੇ ਆਏ ਨੇ, ਪਤਾ ਨਹੀਂ ਉਹ ਕਿੰਨੀ ਵਾਰੀ ਮਰ ਕੇ ਆਏ ਨੇ। ਮੰਜ਼ਿਲਾਂ ਹੀ ਮੰਜ਼ਿਲਾਂ ਜੋ ਸਰ ਕਰਕੇ ਆਏ ਨੇ। ਅੱਗੇ ਲਿਖਿਆ ਜੀ, ਪੈਰਾਂ ਦੇ ਵਿੱਚ ਛਾਲੇ ਭਰਦੇ ਪਏ ਗਵਾਹੀ ਨੇ, ਬਿਖੜੇ ਪਿੰਡਿਆਂ ਵਿੱਚ ਵੀ ਲੰਮੇ
ਪੰਧ ਦੇ ਰਾਹੀ ਨੇ, ਲੰਮੇ ਪੰਧ ਦੇ ਰਾਹੀ ਨੇ। ਖੌਰੇ ਕਿੰਨੇ ਆਪਣਿਆਂ ਦਾ ਵਿਛੋੜਾ ਜਰ ਕੇ ਆਏ ਨੇ। ਮੰਜ਼ਿਲਾਂ ਹੀ ਮੰਜ਼ਿਲਾਂ ਜੋ ਸਰ ਕਰਕੇ ਆਏ ਨੇ, ਜੋ ਸਰ ਕਰਕੇ ਆਏ ਨੇ। ਬਹੁਤ ਖੂਬ, ਬਹੁਤ ਖੂਬ। ਜਿਵੇਂ ਸਰ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਤਾਂ ਕਈ ਵਾਰੀ ਕੀ ਹੁੰਦਾ ਕਿ ਨੌਜਵਾਨਾਂ ਨੂੰ ਕਿਤੇ ਅਸਫਲਤਾ ਮਿਲਦੀ ਹੈ ਤਾਂ ਉਹ ਹੌਸਲਾ ਹਾਰ ਜਾਂਦੇ ਹੈਗੇ ਆ। ਅਜਿਹੇ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਮੁਸ਼ਕਲਾਂ ਰਾਹ 'ਚ ਆਉਂਦੀਆਂ ਨੇ ਫਿਰ ਵੀ ਉਹ ਅਗਾਂਹ ਵੱਧਦੇ ਰਹਿਣ? ਦੇਖੋ, ਜ਼ਿੰਦਗੀ ਜਿਹੜੀ ਹੈਗੀ ਹੈ ਉਹ ਇੱਕ ਜਿਹੀ ਨਹੀਂ ਚੱਲਦੀ ਜੀ। ਜ਼ਿੰਦਗੀ ਦੇ ਵਿੱਚ ਦਿਨ ਹੈ, ਰਾਤ ਹੈ, ਦੁਪਹਿਰ ਹੈ, ਗਰਮੀ ਹੈ, ਸਰਦੀ ਹੈ, ਸਭ ਕੁਛ ਆਉਣਾ ਹੈ। ਇਹ ਜ਼ਿੰਦਗੀ ਇਸੇ ਲਈ ਕਿਹਾ ਗਿਆ ਜੇ ਅਸੀਂ ਔਕੜਾਂ ਤੋਂ ਮੁਸ਼ਕਲਾਂ ਤੋਂ ਹਾਰ ਕੇ ਬੈਠ ਜਾਵਾਂਗੇ ਫਿਰ ਤਾਂ ਜਿਵੇਂ ਗੰਧਲਾ ਪਾਣੀ ਹੋ ਗਿਆ ਨਾ, ਇੱਕ ਥਾਂ ਰੁਕ ਗਿਆ, ਉਹਦੇ 'ਚ ਸਮੈਲ ਮਾਰਨੀ ਹੈ। ਵਗਦੇ ਪਾਣੀ ਜਿਹੜੇ ਹੈਗੇ ਆ ਉਹ ਹਮੇਸ਼ਾ ਉਚਾਈ ਦੇ ਵੱਲ, ਹਮੇਸ਼ਾ ਵੱਡੇ ਪੱਧਰਾਂ ਦੇ ਵੱਲ, ਵੱਡੀ ਉੱਨਤੀ ਦੇ ਵੱਲ ਜਾਂਦੇ ਨੇ। ਇਸ ਲਈ ਖੜੋਤ ਨਹੀਂ ਆਉਣੀ ਚਾਹੀਦੀ ਕਿਸੇ ਵੀ ਗੱਲ। ਬਾਕੀ ਦੂਜੀ ਗੱਲ ਹੈਗੀ ਹੈ ਕਿ ਆਪਣੇ ਜਿਹੜੇ ਹੱਕ ਹੈਗੇ ਨੇ, ਹੱਕਾਂ ਲਈ ਲੜਨਾ, ਹੱਕਾਂ ਲਈ ਸੰਵੇਦਨਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਅਤੇ ਇਸੇ ਲਈ ਪਿੱਛੇ ਜੇ ਇੱਕ ਲਾਈਨਾਂ ਲਿਖੀਆਂ ਸੀ ਕਿ ਹੱਕਾਂ ਲਈ ਲੜਨਾ ਤੇ ਹੱਕਾਂ ਲਈ ਮਰਨਾ, ਇਹ ਵਿਰਲੇ ਹੀ ਬੰਦਿਆਂ ਦੇ ਹਿੱਸੇ ਹੈ ਆਉਂਦਾ। ਹੱਕਾਂ ਲਈ ਲੜਨਾ ਤੇ ਹੱਕਾਂ ਲਈ ਮਰਨਾ, ਇਹ ਵਿਰਲੇ ਹੀ ਬੰਦਿਆਂ ਦੇ ਹਿੱਸੇ ਹੈ ਆਉਂਦਾ। ਇਹ ਵਿਰਲੇ ਹੀ ਬੰਦਿਆਂ ਦੇ ਹਿੱਸੇ ਹੈ ਆਉਂਦਾ, ਵਿਰਲੇ ਹੀ ਬੰਦਿਆਂ ਦੇ ਹਿੱਸੇ ਹੈ ਆਉਂਦਾ। ਅੱਗੇ ਲਿਖਿਆ ਜੀ, ਤੰਗੀਆਂ ਤੁਰਸ਼ੀਆਂ ਨੂੰ ਹੱਸ ਹੱਸ ਕੇ ਸਹਿਣਾ। ਹੁਣੇ ਗੱਲ ਆ ਗਈ ਨਾ ਔਕੜਾਂ ਦੀ ਜੀ, ਕਿ ਤੰਗੀਆਂ ਤੁਰਸ਼ੀਆਂ ਨੂੰ ਹੱਸ ਹੱਸ ਕੇ ਸਹਿਣਾ। ਇੱਕੋ ਜੇ ਮਿਲਿਆ ਸਵਾ ਲੱਖ ਕਹਿਣਾ। ਮਿੱਠਾ ਜਿਹਨੂੰ ਲੱਗਦਾ ਗੁਰਾਂ ਦਾ ਏ ਪਾਣਾ। ਜੱਗ ਉੱਤੇ ਓਈਓ ਹੈ ਗੁਰਸਿੱਖ ਅਖਵਾਉਂਦਾ। ਹੱਕਾਂ ਲਈ ਲੜਨਾ ਤੇ ਹੱਕਾਂ ਲਈ ਮਰਨਾ, ਇਹ ਵਿਰਲੇ ਹੀ ਬੰਦਿਆਂ ਦੇ ਹਿੱਸੇ ਹੈ ਆਉਂਦਾ। ਜੀ ਸਰ, ਹੁਣ ਤੱਕ ਤੁਸੀਂ ਕਿਹੜੇ ਗੀਤ ਜਿਹੜੀ ਹੈ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰ ਚੁੱਕੇ ਹੋ? ਸਭ ਤੋਂ ਪਹਿਲਾਂ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਗੀਤ ਕੀਤਾ ਸੀਗਾ, ਜਿਹਦੀ ਲਾਈਨਾਂ ਸੀਗੀਆਂ, ਇਨਕਲਾਬ ਦਾ ਨਾਰਾ ਲਾ ਕੇ ਹੋ ਇਨਕਲਾਬ ਦਾ ਨਾਰਾ ਲਾ ਕੇ ਤੁਰਿਆ ਕਰ ਤੂੰ ਅੱਜ ਸਹੁੰ ਖਾ ਕੇ। ਨਾਲ ਫਿਰੰਗੀਆਂ ਲੋਹਾ ਲੈਣਾ, ਕਰਾਉਣਾ ਦੇਸ਼ ਆਜ਼ਾਦ। ਭਗਤ ਸਿੰਘ ਜਿਹੇ ਉਹਦਿਆਂ ਦਾ ਅਮਰ ਰਹੂ ਇਤਿਹਾਸ। ਭਗਤ ਸਿੰਘ ਜਿਹੇ ਉਹਦਿਆਂ ਦਾ ਅਮਰ ਰਹੂ ਇਤਿਹਾਸ, ਅਮਰ ਰਹੂ ਇਤਿਹਾਸ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਗੀਤ ਨੇ ਜਿਹਦੇ ਵਿੱਚ ਚਰਚੇ ਯਾਰਾਂ ਦੇ, ਇਸ ਤੋਂ ਇਲਾਵਾ ਪੈਗਾਮ ਨਾਨਕ ਦਾ, ਇਸ ਤੋਂ ਇਲਾਵਾ ਤੁੰਬੀ ਯਮਲੇ ਦੀ, ਹੈ ਨਾ। ਵੱਖਰੇ ਵੱਖਰੇ ਗੀਤ ਨੇ, ਵੱਖਰੇ ਵੱਖਰੇ ਰੰਗਾਂ ਦੇ ਨਾਲ ਹਮੇਸ਼ਾ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿੱਥੇ ਇੱਕ ਪਾਸੇ ਅੱਜ ਦਾ ਜਿਹੜਾ ਦੌਰ ਹੈਗਾ ਕਮਰਸ਼ੀਅਲ ਦੌਰ ਹੈਗਾ, ਹੈ ਨਾ, ਪਰ ਮੇਰੀ ਜ਼ਿਆਦਾ ਰੁਚੀ ਜਿਹੜੀ ਹੈਗੀ ਹੈ ਕਮਰਸ਼ੀਅਲ ਵੱਲ ਨਾ ਜਾ ਕੇ ਦਿਲ ਨੂੰ ਸਕੂਨ ਦੇਣ ਵਾਲੀਆਂ ਜਿਹੜੇ ਚੀਜ਼ਾਂ ਨੇ, ਸਾਹਿਤਿਕ ਚੀਜ਼ਾਂ ਹੈਗੀਆਂ ਨੇ, ਜਾਂ ਸਾਡੇ ਸਮਾਜ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ, ਜਿਹੜੀ ਮੁਸ਼ਕਲਾਂ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਹੱਲ ਕਰਨ ਦੇ ਲਈ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਹਾਈਲਾਈਟ ਕਰਨ ਦੇ ਵੱਲ ਮੇਰੀ ਜਿਹੜੀ ਲੇਖਣੀ ਹੈ ਉਹ ਜਾਂਦੀ ਜ਼ਰੂਰ ਹੈ। ਜੀ ਸਰ, ਇੱਥੇ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹਾਂਗੀ। ਜਿਵੇਂ ਤੁਸੀਂ ਗੱਲ ਕੀਤੀ ਹੈ ਪਦਾਰਥਵਾਦੀ ਯੁੱਗ ਦੀ, ਜੇਕਰ ਅੱਜ ਦਾ ਸਮਾਂ ਦੇਖਿਆ ਜਾਵੇ ਤਾਂ ਪਦਾਰਥਵਾਦੀ ਸਮਾਂ ਹੈਗਾ ਆ। ਤੁਸੀਂ ਕਹਿ ਰਹੇ ਹੈਗੇ ਹੋ ਕਿ ਤੁਸੀਂ ਜਿਹੜਾ ਉਹ ਚੀਜ਼ ਕਰਦੇ ਹੈਗੇ ਹੋ ਜੋ ਸਮਾਜ ਨੂੰ ਸੁਧਾਰਨ ਦਾ ਕੰਮ ਕਰਦੀ ਹੈ। ਤੁਹਾਨੂੰ ਕੀ ਲੱਗਦਾ ਕਿ ਲੋਕਾਂ ਵੱਲੋਂ ਤੁਹਾਨੂੰ ਬਣਦਾ ਮਾਣ ਸਨਮਾਨ ਮਿਲਦਾ ਹੈਗਾ ਆ ਕਿ ਉਹ ਅਜਿਹੀਆਂ ਚੀਜ਼ਾਂ ਨੂੰ ਲੋਕ ਸੁਣਨਾ ਪਸੰਦ ਕਰਦੇ ਆ ਜਾਂ ਫਿਰ ਨਹੀਂ? ਨਹੀਂ, ਦੇਖੋ, ਇੱਕ ਚੀਜ਼ ਹਮੇਸ਼ਾ ਮੈਂ ਕਹਿਣਾ ਹੁੰਦਾ ਹੈ ਕਿ ਜਦੋਂ ਮੈਂ ਕੁਝ ਲਿਖਣਾ ਸ਼ੁਰੂ ਕੀਤਾ ਸੀਗਾ, ਜਦੋਂ ਮੈਂ ਕੁਝ ਗਾਣਾ ਸ਼ੁਰੂ ਕੀਤਾ ਸੀਗਾ, ਉਦੋਂ ਮੇਰੀ ਸੋਚ ਕੀ ਸੀ? ਮੇਰੀ ਸੋਚ ਇਹ ਸੀਗੀ ਕਿ ਮੈਂ ਕਿਸੇ ਜਿਹਾ ਕਦੇ ਨਾ ਬਣਾ। ਕੋਈ ਮੈਨੂੰ ਇਹ ਨਾ ਕਹੇ ਕਿ ਮੈਂ ਫਲਾਣੇ ਵਰਗਾ ਲਿਖਦਾ ਜਾਂ ਫਲਾਣੇ ਵਰਗਾ ਗਾਉਂਦਾ ਹੈਗਾ।
ਮੈਂ ਆਪਣਾ ਲਿਖਣਾ ਜਿਹੜਾ ਹੈਗਾ ਤੇ ਆਪਣਾ ਮੇਰੇ ਰੂਹ ਦਾ ਮੈਨੂੰ ਸਕੂਨ ਦੇਣ ਵਾਲਾ ਹੋਵੇ ਤੇ ਉਹਨੂੰ ਵੱਡਾ ਹੁੰਗਾਰਾ ਮਿਲਦਾ ਰਿਹਾ ਸਮੇਂ ਤੋਂ ਸਮੇਂ, ਉਹਨੂੰ ਵੱਡਾ ਹੁੰਗਾਰਾ ਮਿਲਦਾ ਰਿਹਾ। ਮੇਰੀ ਲਿਖਤਾਂ ਨੂੰ ਅੱਜ ਵੀ ਬਹੁਤ ਵੱਡੀ ਜਿਹੜੇ ਹੁੰਗਾਰੇ ਦੇ ਨਾਲ ਉਹ ਸੁਣੀਆਂ ਜਾਂਦੀਆਂ ਨੇ, ਦੇਖੀਆਂ ਜਾਂਦੀਆਂ ਨੇ। ਜੀ ਸਰ, ਇੱਥੇ ਇੱਕ ਸਵਾਲ ਹੋਰ ਪੁੱਛਣਾ ਚਾਹਾਂਗੀ। ਜਿਵੇਂ ਕਿ ਤੁਸੀਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ, ਤੁਸੀਂ ਨਾਟਕ ਵੀ ਕਰਦੇ ਹੈਗੇ ਹੋ, ਤੁਸੀਂ ਗੀਤ ਵੀ ਜਿਹੜਾ ਲਿਖਦੇ ਹੈਗੇ ਹੋ, ਤੁਸੀਂ ਗੀਤ ਗਾਉਂਦੇ ਵੀ ਹੈਗੇ ਹੋ, ਤੁਹਾਨੂੰ ਕੀ ਲੱਗਦਾ ਹੈਗਾ ਕਿ ਅਜੋਕੇ ਸਮੇਂ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਬਣਦੇ ਮਾਣ ਸਨਮਾਨ ਦੇ ਰਹੀ ਹੈਗੀ ਹੈ? ਦੇਖੋ, ਜਦੋਂ ਇੱਕ ਫਿਲਮ ਬਣਦੀ ਹੈਗੀ ਆ, ਫਿਲਮ ਦੇ ਵਿੱਚ ਫਿਲਮ ਇੱਕ ਤਰ੍ਹਾਂ ਨਾਲ ਬਹੁਤਾਤ ਦੇ ਵਿੱਚ ਜਿਹੜੀ ਫਿਲਮਾਂ ਬਣਦੀਆਂ ਨੇ ਉਹ ਕਮਰਸ਼ੀਅਲ ਪੱਖ ਨੂੰ ਜਿਹੜਾ ਹੈਗਾ ਉਹ ਲੈ ਕੇ ਬਣਦੀਆਂ ਨੇ, ਠੀਕ ਹੈ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਕੰਟੈਂਟ ਹੈਗੇ ਨੇ ਉਹ ਪਾਏ ਜਾਂਦੇ ਨੇ, ਚਾਹੇ ਇਮੋਸ਼ਨ ਦੀ ਗੱਲ ਕਰੀਏ, ਚਾਹੇ ਐਕਸ਼ਨ ਦੀ ਗੱਲ ਕਰੀਏ, ਚਾਹੇ ਬਾਕੀ ਚੀਜ਼ਾਂ ਦੀ ਗੱਲ ਕਰੀਏ। ਪਰ ਫਿਰ ਵੀ ਅਜੋਕੇ ਸਮੇਂ ਦੇ ਵਿੱਚ ਜਿਹੜਾ ਪੰਜਾਬੀ ਸਿਨੇਮਾ ਹੈਗਾ ਉਹ ਕਿਤੇ ਨਾ ਕਿਤੇ ਪੰਜਾਬੀ ਦੀ ਜਿਹੜੀ ਮੁਸ਼ਕਲਾਂ ਨੇ ਉਹਨਾਂ ਨੂੰ ਉਜਾਗਰ ਕਰਨ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ। ਸਰ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦਰਸ਼ਕਾਂ ਨੂੰ ਇਹੀ ਕਹਿਣਾ ਚਾਹੋਗੇ, ਜ਼ਿੰਦਗੀ 'ਚ ਕਦੇ ਹਾਰਨਾ ਨਹੀਂ, ਔਕੜਾਂ ਮੁਸ਼ਕਲਾਂ ਆਉਂਦੀਆਂ ਰਹਿਣੀਆਂ ਨੇ, ਉਹ ਰੱਬ ਦਾ ਨਾਂ ਲੈ ਕੇ ਤੁਰੀ ਜਾਓ, ਤੁਹਾਡੀ ਜਿਹੜੀ ਮੰਜ਼ਿਲ ਹੈ ਤੁਹਾਨੂੰ ਜ਼ਰੂਰ ਮਿਲੇਗੀ। ਜੀ ਸਰ, ਵਾਕਈ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈਗੀ, ਕਿਉਂਕਿ ਜ਼ਿੰਦਗੀ ਇੱਕੋ ਵਾਰੀ ਮਿਲਦੀ ਹੈ, ਇਨਸਾਨ ਨੂੰ ਇਹਦੇ ਵਿੱਚ ਕੁਝ ਨਾ ਕੁਝ ਕਰਕੇ ਜਾਣਾ ਚਾਹੀਦਾ ਹੈ। ਦਰਸ਼ਕੋ, ਅਸੀਂ ਵੀ ਤੁਹਾਨੂੰ ਕਹਿੰਦੇ ਹਾਂ, ਹਰ ਵਾਰੀ ਸਾਡੇ ਇਸ ਪ੍ਰੋਗਰਾਮ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜ਼ਿੰਦਗੀ ਕਿਵੇਂ ਜਿਉਣੀ ਹੈ ਇਸ ਦਾ ਫਲਸਫਾ ਦੱਸ ਸਕੀਏ। ਵਾਕਈ ਸਰ ਹੋਰਾਂ ਨੇ ਜਿਵੇਂ ਕਿਹਾ ਗਿਆ ਕਿ ਜਦੋਂ ਅਸੀਂ ਕਿਸੇ ਵੀ ਰਾਹ 'ਤੇ ਤੁਰਦੇ ਹਾਂ, ਬੇਸ਼ੱਕ ਮੁਸ਼ਕਲਾਂ ਆਉਣ, ਪਰ ਕਦੇ ਵੀ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਅਗਾਂਹ ਵੱਧਦੇ ਹੋ ਤਾਂ ਤੁਹਾਨੂੰ ਤਰੱਕੀ ਵੀ ਜ਼ਰੂਰ ਮਿਲਦੀ ਹੈ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।